नाइन ब्रदर यूट्यूब वालों तमाम नाजरीन ਨੂੰ ਮੁਹੱਬਤ ਭਰਾ ਸਲਾਮ। ਖਤਰੋਂ ਕੇ ਖਿਲਾੜੀ ਦਾ ਦੂਸਰਾ ਪਾਰਟ ਸਾਡੇ ਇੱਕ ਬਹੁਤ ਹੀ ਪਿਆਰੇ ਨਈਮ ਸਾਹਿਬ ਜਿਨ੍ਹਾਂ ਦਾ ਪਾਰਟ 1 ਤੁਸੀਂ ਦੇਖਿਆ ਹੈ। ਉਹਨਾਂ ਨੇ ਬਹੁਤ ਹੀ ਦਿਲਚਸਪ ਵਾਕਿਆ ਸੁਣਾਏ ਨੇ ਆਪਣੀ ਡਰਾਈਵਰਿੰਗ ਦੀ ਜ਼ਿੰਦਗੀ ਦੇ ਵਿੱਚ ਕਿ ਉਹਨਾਂ ਨੂੰ ਕੀ ਮੁਸ਼ਕਲਾਤ ਆਈਆਂ ਨੇ, ਤੇ ਉਹਨਾਂ ਦੇ ਕੋਲ ਅਸੀਂ ਦੁਬਾਰਾ ਚੱਲਨੇ ਆ ਤੇ ਉਹਨਾਂ ਨੂੰ ਪੁੱਛਨੇ ਆ ਕਿ ਜਿਹੜਾ ਵਾਕਿਆ ਸ਼ੁਰੂ ਕਰਦੇ ਪਏ ਸਨ ਕਿ ਉਹਨਾਂ ਦਾ ਇੱਕ ਐਕਸੀਡੈਂਟ ਹੋਣ ਲੱਗਾ ਸੀ ਤੇ ਉਸ ਤੋਂ ਬਾਅਦ ਕੀ ਕੀਤਾ ਹੈ। ਹਾਂਜੀ, अस्सलाम वालेकुम रहमतुल्लाह। ਵਾਲੇਕੁਮ ਸਲਾਮ ਜੀ। ਹਾਂਜੀ, ਦੱਸੋ ਜੀ ਨਈਮ ਸਾਹਿਬ, ਹੁਣ ਜਿਹੜਾ ਹਾਦਸਾ ਹੋਇਆ ਸੀ ਉਹਦੇ ਬਾਰੇ ਚ ਕੀ ਸੀ? ਉਹ ਮੈਂ ਅਰਜ਼ ਕਰ ਰਿਹਾ ਸੀ ਕਿ ਜਦੋਂ ਮੈਂ ਚੜਾਈ ਚੜ ਗਿਆ ਨਾ, ਪਿੱਛੋਂ ਗੱਡੀ ਲੱਗੀ ਆ, ਟਰੱਕ ਵਾਲਿਆਂ ਨੂੰ ਲੱਗੀ ਜ਼ਰੂਰ ਆ, ਮੈਨੂੰ ਪਤਾ ਲੱਗੀ ਆ, ਲੇਕਿਨ ਇੰਨੀ ਨਹੀਂ ਲੱਗੀ ਜਿੰਨੀ ਉਹਨਾਂ ਨੇ ਮੈਨੂੰ ਆ ਕੇ ਦੱਸਿਆ। ਮੈਂ ਗੱਡੀ ਚੜਾਈ ਚੜ ਕੇ ਖਲੋ ਗਿਆ, ਉਹਨਾਂ ਪਿੱਛੋਂ ਮੇਰੇ ਆਏ ਆ, ਉਹਨਾਂ ਨੇ ਮੈਨੂੰ ਲਾਈਟਾਂ ਦਿੱਤੀਆਂ। ਉਸ ਤਰ੍ਹਾਂ ਮੈਂ ਚੜਾਈ ਚੜ ਗਿਆ ਸੀ ਤੇ ਮੈਂ ਗੱਡੀ ਖਿਲਾਰੀ, ਮੈਂ ਕਿ ਹੋ ਸਕਦਾ ਹੈ ਕਿ ਪਿੱਛੇ ਅੱਗ ਲੱਗੀ ਹੋਈ ਜਿਹੜੀ ਮੈਨੂੰ ਲਾਈਟਾਂ ਦੇਣ ਡਿਆ। ਮੈਂ ਗੱਡੀ ਖਿਲਾਰੀ ਤੇ ਉਹਨਾਂ ਨੇ ਇੱਕ ਸਾਈਡ ਤੋਂ ਹੋ ਕੇ ਗੱਡੀ ਕੱਢ ਕੇ ਤੇ ਦੋਵੇਂ ਟਰੱਕ ਸੀ ਉਹ ਅੱਗੇ ਜਾ ਕੇ ਉਹਨਾਂ ਨੇ ਖੜੀ ਕਰਕੇ ਵਾਪਸ ਆਏ ਆ। ਤੇ ਉਹਨਾਂ ਮੈਨੂੰ ਕਿਹਾ ਵੀ ਇਸ ਤਰ੍ਹਾਂ ਸਾਡੀ ਗੱਡੀ ਨਾਲ ਤੂੰ ਐਕਸੀਡੈਂਟ ਕੀਤਾ ਤੇ ਆਵੇ ਗੱਡੀ ਸਾਡੀ ਤੂੰ ਭੰਨ ਦਿੱਤੀ ਹੈ। ਮੈਂ ਕਿਹਾ ਚੱਲ ਵਿਖਾਓ ਮੈਨੂੰ। ਮੈਂ ਉਹਨਾਂ ਨਾਲ ਚਲਾ ਗਿਆ। ਉਹਨਾਂ ਦੇ ਕਲੀਨਰ ਮੇਰੀ ਗੱਡੀ ਕੋਲ ਖਲੋਤੇ ਸੀ ਤੇ ਜਿਸਲੇ ਮੈਂ ਉਹ ਉਹਨਾਂ ਦੇ ਕੋਲ ਵੇਖਣ ਡਿਆ ਤੇ ਉਹਨਾਂ ਰੌਲਾ ਪਾਤਾ ਜੀ ਅੱਗ ਲੱਗ ਗਈ। ਉਹਨਾਂ ਅੱਗ ਲਾਤੀ ਪਿੱਛੋਂ। ਮੈਂ ਨਾ ਉਹਨਾਂ ਨੂੰ ਛੱਡਿਆ ਤੇ ਨੱਸ ਗਿਆ, ਟਰਾਲੇ ਵਾਲਾ ਆਇਆ ਤੇ ਹਵਾ ਚੱਲਣ ਡਈ ਸੀ ਬਹੁਤ ਤੇਜ਼। ਉਹ ਵੇਖਦੇ ਅੱਧੇ ਟਰਾਲੇ ਨੂੰ ਅੱਗ ਲੱਗ ਗਈ। ਮੈਂ ਕਿਹਾ ਇਹ ਤੇ ਸਾਰਾ ਸੜ ਜਾਣਾ। ਵੈਸੇ ਵੀ ਭਾਣਜਾ ਸੁੱਤਾ, ਉਹਨੂੰ ਮੈਂ ਉਠਾਇਆ, ਮੈਂ ਕਿਹਾ ਅੱਗ ਲੱਗ ਗਈ ਉੱਤਰ। ਉਹ ਵਿਚਾਰਾ ਉਹਨੂੰ ਨਹੀਂ ਪਤਾ ਲੱਗਾ ਵੀ ਥੱਲੇ ਕੀ ਆ ਕੀ ਨਹੀਂ। ਉਹਨੇ ਦਰਵਾਜ਼ਾ ਖੋਲ੍ਹਿਆ ਤੇ ਛਾਲ ਮਾਰਤੀ ਥੱਲੇ। ਉਹਦਾ ਵਿਚਾਰਾ ਦਾ ਗੋਡਾ ਹਜੇ ਤੱਕ ਉਹੀ ਉਸ ਤਰ੍ਹਾਂ ਹੀ ਖਰਾਬ ਆ। ਤੇ ਮੈਂ ਫਿਰ ਉਹਨੇ ਚਿਰ ਉਹ ਜਿਹੜੇ ਟਰੱਕ ਵਾਲੇ ਸੀ ਉਹ ਅਗਰ ਨੱਸ ਗਏ। ਉਹ ਖਲੋਤੇ ਹੀ ਨਹੀਂ ਫਿਰ ਜਿੱਲੇ ਅੱਗ ਲਾਈ ਉਹਨਾਂ ਨੇ। ਤੇ ਮੈਂ ਫਿਰ ਵਿੱਚੋਂ ਮਸ਼ੀਨ ਕੱਢ ਲਈ। ਮੇਰੇ ਖਿਆਲ 20 ਕਿ 25 ਮਿੰਟਾਂ 'ਚ ਟਰਾਲਾ ਵੀ ਹਰ ਸ਼ਹਿਰ ਕੰਬਲ ਸੜ ਕੇ ਸੁਆਹ ਹੋ ਗਿਆ। ਤੇ ਜਿਹੜਾ ਤੁਸੀਂ ਸਿੰਧ ਦੇ ਵਿੱਚ ਕੰਮ ਕਰਦੇ ਸੀ ਤੇ ਫਿਰ ਸਿੰਧ ਕਿਉਂ ਤੁਹਾਨੂੰ ਛੱਡਣਾ ਪਿਆ ਕਰਾਚੀ? ਕਰਾਚੀ ਇਸ ਵਾਸਤੇ ਕਿ ਮੇਰੇ ਸਾਡੇ ਪਹਿਲੋਂ ਹਾਲਾਤ ਕੁਝ ਸਹੀ ਸੀ। ਫਿਰ ਉਹਨਾਂ ਨੇ ਹੌਲੀ ਹੌਲੀ ਜਿਹੜੇ ਪੰਜਾਬ ਵਿੱਚੋਂ ਆਏ ਸੀ ਕਲੀਨਰ ਜਿਹੜੇ ਆਏ ਸੀ ਉਹਨਾਂ ਕਲੀਨਰੀ ਕੀਤੀ। ਫਿਰ ਡਰਾਈਵਰੀ ਸ਼ੁਰੂ ਕੀਤੀ। ਉਹਨਾਂ ਮੁਖਾਲਫਤ ਸ਼ੁਰੂ ਕਰਤੀ ਕਿ ਇਹ ਮਰਜ਼ਈ ਹੈ, ਐਮਡੀ ਹੈਗੇ ਆ, ਇਹਨਾਂ ਨਾਲ ਖਾਣਾ ਵੀ ਨਹੀਂ ਚਾਹੀਦਾ, ਇਹਨਾਂ ਨੂੰ ਜੋ ਵੀ ਤੰਗੀ ਹੈ ਉਹ ਸਾਨੂੰ ਦਿੰਦੇ ਸੀ। ਫਿਰ ਮੈਂ ਸੋਚਿਆ, ਮੈਂ ਕਿ ਹੁਣ ਬਹੁਤ ਦੇਰ ਹੋ ਗਈ ਇੱਥੇ, ਇਹ ਹੁਣ ਸਾਨੂੰ ਇਹਨਾਂ ਨੇ ਕੰਮ ਨਹੀਂ ਕਰਨ ਦੇਣਾ ਇੱਥੇ। ਤੇ ਉਹ ਮਾਲਕ ਵੀ ਸਹੀ ਤਰੀਕੇ ਨਾਲ ਨਹੀਂ ਸੀ ਬੋਲਦੇ। ਤੇ ਉਹ ਇਹੀ ਆ ਕਿ ਬਾਹਰ ਬਵੋ ਜੀ, ਜਿਹੜੇ ਜਾਓ ਦਫ਼ਤਰ ਵਿੱਚ ਤੁਸੀਂ ਬਾਹਰ ਬਵੋ ਜੀ, ਦੂਏ ਭਾਵੇਂ ਅੰਦਰ ਬੈਠੇ ਆ। ਫਿਰ ਤੁਸੀਂ ਪੰਜਾਬ ਚਲੇ ਗਏ? ਫਿਰ ਮੈਂ ਚਲ ਗਿਆ ਪੰਜਾਬ। ਉੱਥੇ ਕੋਰੀਅਨ 'ਚ ਕੰਮ ਸ਼ੁਰੂ ਕੀਤਾ ਤੇ ਮੇਰੇ ਖਿਆਲ 2 ਕਿ 3 ਮਹੀਨੇ ਮੈਂ ਕੰਮ ਕੀਤਾ। ਉਸ ਤੋਂ ਬਾਅਦ ਉਹਨਾਂ ਨੂੰ ਹੌਲੀ ਹੌਲੀ ਪਤਾ ਲੱਗ ਗਿਆ ਕਿ ਐਮਡੀ ਹੈ। ਉਹ ਉਹਨਾਂ ਨੇ ਮੁਖਾਲਫਤ ਸ਼ੁਰੂ ਕਰਤੀ। ਉਹ ਕਹਿੰਦੇ ਜੀ ਤੁਸੀਂ ਇੱਕ ਅਸੀਂ ਕੋਈ ਵੀ ਇੱਥੇ ਨੁਕਸਾਨ ਹੋ ਸਕਦਾ ਤੈਨੂੰ। ਫਿਰ ਯਾਰ ਦੋਸਤ ਵੀ ਹੈ ਸੀ, ਇਹ ਨਹੀਂ ਕਿ ਨਹੀਂ ਸੀ। ਉਹਨਾਂ ਨੇ ਕਿਹਾ ਜੀ ਨਈਮ ਸਾਹਿਬ ਜੇ ਤੁਸੀਂ ਨਾ ਜਾ ਸਕਦੇ ਹੋ ਨਾ, ਇਹਨੂੰ ਹੁਣ ਛੱਡੋ। ਆਪਣੀ ਜਾਨ ਬਚਾਉਣ ਵਾਸਤੇ ਕੁਝ ਤੁਸੀਂ ਫਿਰ ਬਚਾਉਣ ਵਾਸਤੇ ਆਪਣਾ ਬੰਦੋਬਸਤ ਕਰੋ। ਇੱਥੇ ਹੁਣ ਐਮਡੀ ਇੱਥੇ ਬਹੁਤ ਘੱਟ ਹੋਣੇ, ਵਿੱਚੋਂ ਨਿਕਲ ਗਏ ਨੇ ਸਾਰੇ। ਅੱਗੇ ਬਹੁਤ ਸੀ ਰਫੇ ਦੇ ਬੰਦੇ ਕੰਮ ਕਰਦੇ ਤੇ ਮੇਰੇ ਪਿੰਡ ਦੇ ਵੀ ਸੀ 2-3 ਐਮਡੀ ਸੀ ਬੰਦੇ ਕੰਮ ਕਰਦੇ। ਸਾਰੇ ਇਸ ਤਰ੍ਹਾਂ ਹੌਲੀ ਹੌਲੀ ਛੱਡ ਗਏ ਤੇ ਮੈਨੂੰ ਵੀ ਫਿਰ ਛੱਡਣਾ ਪਿਆ। ਮੈਂ ਕਿਹਾ ਵੀ ਹੁਣ ਕੀ ਕਰਨਾ ਇੱਥੇ। ਉਸ ਤੋਂ ਪਹਿਲਾਂ ਕੋਰੀਅਨ ਤੋਂ ਪਹਿਲਾਂ ਤੁਹਾਨੂੰ ਪਤਾ ਮੈਂ ਬੱਸ ਵੀ ਚਲਾਈ ਸੀ। ਅੱਛਾ, ਤੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਅਸੀਂ ਨੁਕਸਾਨ ਪਹੁੰਚਾਵਾਂਗੇ ਮੀਆਂ ਬੀਵੀ ਬੱਚਿਆਂ ਨੂੰ। ਹਾਂਜੀ, ਤੇ ਇਸ ਵਾਸਤੇ ਤੁਸੀਂ 1 ਹਫ਼ਤੇ ਦੇ ਅੰਦਰ ਅੰਦਰ ਹੀ ਤੁਹਾਨੂੰ ਧਮਕੀਆਂ ਦਿੰਦੇ ਸਨ। ਜਿਹੜਾ ਵੀ ਕੋਈ ਮਿਲਦਾ ਸੀ, ਜਿਹੜੇ ਉਹ ਅਹਿਮਦਨਗਰ ਦੇ ਵਿੱਚ ਵੀ ਤੁਹਾਨੂੰ ਪਤਾ ਫਿਰ ਜਿਹੜਾ ਜਿਹਨੂੰ ਕੋਈ ਨਹੀਂ ਪੁੱਛਦਾ ਉਹ ਵੀ ਦਾੜੀ ਰੱਖ ਕੇ ਤੇ ਮੌਲਵੀ ਬਣਿਆ ਫਿਰਦਾ ਸੀ। ਉਹ ਵੀ ਧਮਕੀਆਂ ਗਵਾਨ ਪਾਉਣੀਆਂ, ਧਮਕੀਆਂ ਦੇਣੀਆਂ। ਫਿਰ ਉਸ ਤੋਂ ਬਾਅਦ ਫਿਰ ਮੈਂ ਆਖਿਆ ਵੀ ਹੁਣ ਇਹ ਮਸਲਾ ਇੱਥੇ ਹੁਣ ਖਰਾਬ ਆ, ਆਪਣੀ ਜਾਨ ਬਚਾਉਣ ਵਾਸਤੇ ਹੁਣ ਜਰਮਨ ਜਾਣਾ ਚਾਹੀਦਾ। ਅੱਛਾ, ਤੁਸੀਂ ਕਿਸੇ ਯੂਰਪ ਦੇ ਮੁਲਕ ਜਾਣਾ ਚਾਹੁੰਦੇ ਸੀ, ਫਿਰ ਜਰਮਨੀ ਅੱਲਾਹ ਤਾਲਾ ਤੁਹਾਨੂੰ ਲੈ ਆ। ਉਹ ਵੀ ਤੁਸੀਂ ਮਾਨ ਫਰੋਜ਼ ਵਾਕਿਆ ਦੱਸਿਆ ਕਿ ਤੁਸੀਂ ਟੂਰ ਲੈ ਕੇ ਗਏ ਸੀ ਤੇ ਅੱਲਾਹ ਤਾਲਾ ਨੇ ਤੁਹਾਡਾ ਜਾਨ ਬਚਾਉਣ ਵਾਸਤੇ ਕੋਈ ਇੰਤਜ਼ਾਮ ਕਰ ਦਿੱਤਾ। ਹੁਣ ਕੋਈ ਐਸੇ ਜਿਹੜੇ ਦੱਸਣਾ ਚਾਹੁੰਦੇ ਜੇ ਕੋਈ ਈਮਾਨ ਫਰੋਜ਼ ਵਾਕਿਆਤ? ਇੱਕ ਹੋਰ ਹੈ ਕਿ ਖਲੀਫਾ ਖਾਮਸ ਜਿਹੜੇ ਇਹਨਾਂ ਦੇ ਵਾਲਿਦ ਸਾਹਿਬ ਮੀਆਂ ਮਨਸੂਰ, ਇਹਨਾਂ ਦੇ ਕੋਲ ਉਹ ਮੁਨਸ਼ੀ ਕਰਦੇ ਸੀ। ਕੌਣ? ਮੇਰੇ ਅੱਬਾ ਜੀ ਫਕੀਰ ਮੁਹੰਮਦ ਪਹਿਲਵਾਨ ਇਹਨਾਂ ਕੋਲ ਮੁਨਸ਼ੀ ਕਰਦੇ ਸੀ। ਤੇ ਇਹਨਾਂ ਦਾ ਬਾਗ ਹੁੰਦਾ ਸੀ ਚਨਿਓਟੀ ਵਾਲਾ, ਮਸ਼ਹੂਰ ਆ। ਸਾਡੇ ਆਲੇ ਦੁਆਲੇ ਜਿੰਨੇ ਵੀ ਪਿੰਡ ਆ ਉਹਨਾਂ ਸਾਰਿਆਂ ਨੂੰ ਪਤਾ ਕਿ ਚਨਿਓਟੀ ਵਾਲਾ ਕਿਹੜਾ। ਉਹ ਚਨਿਓਟੀ ਵਾਲੇ ਤੇ ਉਹ ਮੁਨਸ਼ੀ ਕਰਦੇ ਸੀ। ਤੇ ਜਦੋਂ ਪਕਣੇ ਫਰੂਟ ਜਿਹੜੇ ਪਕਣਾ, ਉਦੋਂ ਉਹ ਜੰਗਲੀ ਜਿਹੜੇ ਲੋਕ ਜਿਹੜੇ ਉੱਥੋਂ ਲੰਘਦੇ ਸੀ ਨਾ, ਉਹਨਾਂ ਨੇ ਚੋਰੀ ਤੋੜ ਲੈਣੇ। ਸ਼ਾਮ ਨੂੰ ਰਾਤ ਨੂੰ ਸ਼ਾਮੀ ਮੱਝਾਂ ਚੋਣੀਆਂ
ਤੇ ਨਾਲ ਉੱਥੇ ਲਾਗੂ ਸੜਕ ਸੀ ਪੱਕੀ, ਤੇ ਨਾਲ ਹੀ ਉਹਨਾਂ ਨੇ ਮਾਲਟੇ ਮੋਟੇ ਤੋੜ ਲੈਣੇ। ਉਹ ਇੱਕ ਦਿਨ ਅੱਬਾ ਜੀ ਨੇ ਕਿਹਾ ਕਿ ਮੀਆਂ ਸਾਹਿਬ ਨੂੰ ਕਿ ਮੀਆਂ ਜੀ ਇਸ ਤਰ੍ਹਾਂ ਮਾਲਟੇ ਤੋਂ ਟੁੱਟਦੇ ਆ ਤੇ ਸਮਝ ਨਹੀਂ ਆਉਂਦੀ, ਤੇ ਅੱਜ ਮੈਂ ਬੰਦਾ ਫੜਨਾ। ਤੇ ਉਹਨਾਂ ਨੇ ਕਿਹਾ ਠੀਕ ਆ। ਉਹ ਜਾ ਕੇ ਰਾਤ ਨੂੰ ਉਹਨਾਂ ਦੇ ਜਦੋਂ ਦੁੱਧ ਚੋ ਕੇ ਨਿਕਲਦੇ ਆ ਨਾ, ਉਸ ਤੋਂ ਕੋਈ 10-15 ਮਿੰਟ ਪਹਿਲਾਂ ਜਾ ਕੇ ਬੂਟੇ ਦੇ ਵਿੱਚ ਬਹਿ ਗਏ। ਕਿਹੜੇ ਬੂਟੇ 'ਚ ਬਹਿ ਗਏ? ਮਾਲਟੇ ਵਾਲੇ ਬੂਟੇ 'ਚ ਨਾ, ਜਿੱਥੋਂ ਤੋੜਦੇ ਸੀ। ਅੱਛਾ, ਉਹਦੇ 'ਚ ਜਾ ਕੇ ਉਹ ਛੁਪ ਗਏ, ਲੁੱਕ ਗਏ, ਵਿੱਚ ਜਾ ਕੇ ਵੜ ਗਏ, ਬਹਿ ਗਏ। ਜਿਸਲੇ ਉਹ ਦੁੱਧ ਚੋ ਕੇ ਆਏ, ਉਹਨਾਂ ਨੇ ਦੁੱਧ ਇੱਕ ਸਾਈਡ ਤੇ ਰੱਖਿਆ ਤੇ ਉਥੋਂ ਮਾਲਟੇ ਤੋੜਨ ਲੱਗ ਗਏ। ਅਜੇ 2-4 ਹੀ ਮੇਰੇ ਤੋੜੇ ਹੋਣਗੇ ਤੇ ਅੱਬਾ ਜੀ ਨੇ ਇੱਕਦਮ ਇਸ ਤਰ੍ਹਾਂ ਛਾਲ ਮਾਰੀ, ਸ਼ੇਰਾਂ ਨੂੰ ਜਾ ਕੇ ਜੱਫਾ ਮਾਰਿਆ ਸੀ। ਉਹ ਸਮਝੇ ਕਿ ਸ਼ੇਰ ਆ ਗਿਆ। ਹਾਂ, ਅੱਛਾ, ਉਹ ਇੱਕਦਮ ਡਰ ਕੇ ਵੀ ਇਹ ਵੀ ਚੁੱਕੀ ਨਿਕਲ ਆਇਆ। ਉਹਨੇ ਫੜ ਲਿਆ। ਉਹਨੇ ਕਿਹਾ ਤੁਸੀਂ ਬਹੁਤ ਦੇਰ ਤੋਂ ਇਹ ਮਾਲਟੇ ਤੋੜਨ ਡਏ? ਉਹਨਾਂ ਕਹਿੰਦੇ ਨਹੀਂ ਜੀ ਫਕੀਰ ਮੁਹੰਮਦ, ਅਸੀਂ ਤੇ ਜੰਗਲੀ ਸੀ, ਅਸੀਂ ਤੇ ਪਹਿਲੀ ਵਾਰੀ ਤੋੜਦੇ ਪਏ ਆ ਤੇ ਅਸੀਂ ਪਹਿਲਾਂ ਕਦੇ ਨਹੀਂ ਤੋੜੇ। ਉਹਨਾਂ ਕਿ ਜੇ ਹੁਣ ਜਾਨ ਤੁਹਾਡੀ ਛੁੱਟਣੀ ਆ, ਮੀਆਂ ਸਾਹਿਬ ਦੇ ਕੋਲ ਪੇਸ਼ ਹੋਵੋਗੇ ਫਿਰ ਤੁਹਾਡੀ ਜਾਨ ਛੋੜਨੀ, ਮੈਂ ਨਹੀਂ ਤੁਹਾਨੂੰ ਛੱਡਣਾ। ਉਹਨਾਂ ਕਿਹਾ ਜੀ ਸਵੇਰੇ ਅਸੀਂ ਪੇਸ਼ ਹੋ ਜਾਗੇ। ਫਿਰ ਮੀਆਂ ਜੀ ਆਉਂਦੇ ਸੀ 8 ਵਜੇ ਤੇ ਫਿਰ ਉਹ ਵੀ ਆ ਗਏ। ਉਹਨਾਂ ਨੇ ਫਿਰ ਮਾਫੀ ਮੰਗੀ। ਤੁਹਾਨੂੰ ਪਤਾ ਫਿਰ ਜੰਗਲੀ ਜਿਵੇਂ ਮਾਫੀ ਮੰਗਦੇ ਆ। ਫਿਰ ਮੀਆਂ ਜੀ ਨੇ ਉਹਨਾਂ ਨੇ ਮਾਫ ਕਰਤਾ ਵੀ ਠੀਕ ਆ, ਅੱਜ ਤੋਂ ਬਾਅਦ ਤੁਸੀਂ ਇਹ ਕੰਮ ਨਹੀਂ ਕਰਨਾ। ਉਸ ਤੋਂ ਬਾਅਦ ਫਿਰ ਉਹਨਾਂ ਨੂੰ ਨੁਕਸਾਨ ਕੋਈ ਨਹੀਂ ਕੀਤਾ। ਦੇਖੋ ਜੀ, ਇਹ ਦੱਸਦੇ ਪਏ ਨੇ ਵਾਕਿਆ ਆਪਣੇ ਅੱਬਾ ਜੀ ਦਾ ਕਿ ਮੀਆਂ ਮਨਸੂਰ ਸਾਹਿਬ ਰਹਿਮਤੁल्लाह ਅਲੈਹ, ਉਹਨਾਂ ਦਾ ਵਾਕਿਆ ਕਿ ਉਹਨਾਂ ਨੇ ਰਹਿਮਦਲੀ ਦਾ ਮੁਜ਼ਾਹਰਾ ਕਰਦੇ ਹੋਏ ਜਿਹੜੇ ਚੋਰ ਪਕੜੇ ਸਨ, ਇਹਨਾਂ ਦੇ ਅੱਬਾ ਜੀ ਨਾਲ ਬੜੀ ਜੁਰਅਤ ਦੇ ਨਾਲ ਚੋਰ ਪਕੜੇ ਸੀ ਤੇ ਮੀਆਂ ਸਾਹਿਬ ਨੇ ਉਹਨਾਂ ਨੂੰ ਮਾਫ ਕਰ ਦਿੱਤਾ ਕਿ ਜਾਓ, ਤੁਹਾਨੂੰ ਮਾਫ ਕਰ ਦਿੱਤਾ ਹੈ ਕਿ ਆਇੰਦਾ ਤੋਂ ਨਾ ਐਸਾ ਕਰਨਾ। ਲੇਕਿਨ ਇਹਨਾਂ ਦੇ ਅੱਬਾ ਜੀ ਦੀ ਦਿਲੇਰੀ ਦੇਖੋ ਕਿ ਕਾਫੀ ਦੇਰ ਉਹ ਆਪਣੇ ਕਿਹਦੇ 'ਚ ਲੁਕੇ ਰਹੇ ਜੀ? ਬੂਟੇ ਦੇ ਵਿੱਚ। ਅੱਛਾ, ਤੇ ਫਿਰ ਉਹਨਾਂ ਨੇ ਇੱਕਦਮ ਛਾਲ ਮਾਰੀ। ਜਿਹੜੇ ਉਹ ਖੋਣ ਲੱਗੇ ਆ, 2-3 ਖੋਲੇ ਹੋਣੇ ਆ, ਤੇ ਇੱਕਦਮ ਚਾਦਰ ਉਹਨਾਂ ਦੇ ਕੋਲ ਹੁੰਦੀ 24 ਘੰਟੇ। ਉਹਨਾਂ ਨੇ ਬਾਅਦ ਵਿੱਚੋਂ ਇੰਜ ਜਿਵੇਂ ਪੈਂਦਾ ਨਹੀਂ ਸ਼ੇਰ ਪੈਂਦਾ, ਛੁੱਟ ਕੇ ਉਹਨਾਂ ਨੇ ਜੱਫਾ ਮਾਰ ਲਿਆ। ਉਹ ਬੜਾ ਛੁਡਾਇਆ। ਉਹਨਾਂ ਕਿ ਨਹੀਂ ਹੁਣ ਫਕੀਰ ਮੁਹੰਮਦ ਦੇ ਚੜ੍ਹ ਗਿਆ, ਹੁਣ ਨਹੀਂ ਨਹੀਂ ਕਰ ਸਕਦਾ। ਉਹ ਅੱਗੇ ਪਹਿਲਵਾਨ ਸਨ, ਉਦੋਂ ਅਸੀਂ ਛੋਟੇ ਹੁੰਦੇ ਸੀ ਤੇ ਆਬਾ ਜੀ ਕਦੀ ਗੱਲ ਸੁਣਾਉਂਦੇ ਹੁੰਦੇ ਸੀ ਕਿ ਅਸੀਂ ਇਸ ਤਰ੍ਹਾਂ ਵੀ ਫੜੇ ਬੰਦੇ, ਚੋਰ ਫੜੇ। ਤੇ ਇਸ ਤੋਂ ਇਲਾਵਾ ਕੋਈ ਜਵਾਨੀ ਦੀ ਕੋਈ ਚੀਜ਼ਾਂ ਦੱਸੋ ਕਿ ਜਵਾਨੀ 'ਚ ਕੀ ਸ਼ੁਗਲ ਕੀ ਕਰਦੇ ਰਹੇ? ਜਵਾਨੀ ਦੇ ਵਿੱਚ ਜੀ ਮੈਂ ਬਹੁਤ ਦੇਰ ਜੰਗਲੀ ਲੋਕ ਜਿਹੜੇ ਉਹਨਾਂ ਦੇ ਵਿੱਚ ਮੇਲਿਆਂ ਤੇ ਬਹੁਤ ਕਬੱਡੀ ਖੇਡੀ ਹੈ ਮੈਂ। ਅੱਛਾ, ਜਿਨ੍ਹਾਂ ਦੇ ਵਿੱਚ ਸ਼ਾਹ ਸਾਹਿਬ ਇਸ ਗੱਲ ਦੇ ਗਵਾਹ ਆ, ਇਹ ਵੀ ਖੇਡਦੇ ਰਹੇ ਮੇਰੇ ਨਾਲ, ਲੇਕਿਨ ਇਹ ਮੇਰੇ ਤੋਂ ਬਹੁਤ ਛੋਟਾ। ਮੈਂ ਇਹਨਾਂ ਤੋਂ ਪਹਿਲਾਂ ਦਾ ਸ਼ੁਰੂ ਕੀਤਾ ਹੈ। ਇਹਨਾਂ ਦੇ ਭਾਈ ਤੈਰ ਸਾਹਿਬ ਨੂੰ ਵੀ ਰੱਬੇ ਦੇ ਬੰਦੇ ਜਾਣਦੇ ਆ ਕਿ ਉਹ ਵੀ ਕਬੱਡੀ ਖੇਡਦੇ ਸੀ, ਲੇਕਿਨ ਮੈਂ ਜ਼ਿਆਦਾਤਰ ਜੰਗਲੀਆਂ ਦੇ ਵਿੱਚ ਬਹੁਤ ਖੇਡੀ ਹੈ। ਚੱਟ ਵਾਲੀ ਕਬੱਡੀ ਜਿਹਨੂੰ ਕਹਿੰਦੇ ਆ, ਕਿ ਮੈਂ ਬਹੁਤ ਚੱਟ ਵਾਲੀ ਕਬੱਡੀ ਖੇਡੀ ਹੈ। ਔਰ ਹਰ ਮੇਲੇ ਤੇ ਸਾਡੇ ਆਲੇ ਦੁਆਲੇ ਮੈਂ ਝੰਗ ਤੱਕ ਖੇਡੀ ਹੈ। ਝੰਗ ਵੀ ਗਿਆ ਖੇਡਣ ਵਾਸਤੇ। ਜਿੰਨੇ ਵੀ ਝੰਗ ਤੋਂ ਲੈ ਕੇ ਚਿੜੀਓਟ ਤੱਕ ਦਰਬਾਰ ਹੈ ਨਾ, ਮੇਲੇ ਲੱਗਦੇ ਆ, ਸਾਰਿਆਂ 'ਚ ਮੈਂ ਖੇਡੀ ਹੈ। ਆਪਣੇ ਪਿੰਡ 'ਚ ਖੇਡੀ ਹੈ, ਨਾਲ ਜਿੰਨੇ ਵੀ ਪਿੰਡ ਹੈਗੇ ਆ ਦਰਬਾਰ ਜਿਨ੍ਹਾਂ 'ਚ ਮੇਲਾ ਲੱਗਦਾ, ਸਾਰੇ ਕਬੱਡੀ ਮੈਂ ਖੇਡੀ। ਤੇ ਕੋਈ ਇੱਥੇ ਦੇ ਆ ਕੇ ਜਰਮਨੀ 'ਚ ਆ ਕੇ, ਕਿਉਂਕਿ ਜਰਮਨੀ 'ਚ ਆ ਕੇ 95 'ਚ 95 ਤੱਕ ਖੇਡੀ ਹੈ, ਜਦੋਂ ਖਲੀਫਾ ਰਾਬੇ ਆਖਰੀ ਉਹਨਾਂ ਨੇ ਇਜਤਮਾ ਦੇ ਉੱਤੇ ਕਬੱਡੀ ਖੇਡੀ ਹੈ। ਜਦੋਂ ਅਸੀਂ ਮੈਚ ਜਿੱਤਿਆ ਗੁਰੋਸਗੁਰੂ ਕੋਲੋਂ, ਉਸ ਤੋਂ ਬਾਅਦ ਫਿਰ ਕਬੱਡੀ ਨਹੀਂ ਹੋਈ। ਜਦੋਂ ਇਹਨਾਂ ਨੇ ਰੌਲਾ ਪਾਤਾ ਨਾ ਕਿ ਉਸ ਗੁਰੋਸਗੁਰੂ ਦੇ ਕੋਈ ਸਾੜੀ 'ਚ ਬਾੜ ਤੇ, ਕੋਈ ਗੁਰੋਸਗੁਰੂ 'ਚ ਕੱਢ ਕੇ ਉਧਰ ਬਾੜ ਤੇ, ਉਹ ਫਿਰ ਉਸ ਤੋਂ ਬਾਅਦ ਕਬੱਡੀ ਨਹੀਂ ਫਿਰ ਹੋਈ। ਅੱਛਾ, ਤੇ ਇਸ ਤੋਂ ਇਲਾਵਾ ਕੋਈ ਹੋਰ ਕੋਈ ਚੀਜ਼ ਕੋਈ ਜਿਹੜੀ ਜਵਾਨੀ ਦੀ, ਔਰ ਕਿੰਨੀ ਤਾਲੀਮ ਹਾਸਲ ਕਿੰਨੀ ਕੀਤੀ ਜੇ? ਮੈਂ 6 ਜਮਾਤਾਂ ਪੜ੍ਹਿਆ ਜੀ। ਕਿਸ ਇਲਾਕੇ 'ਚ ਪਤਾ ਲੱਗਿਆ ਕੋਈ ਹੋਰ? ਅਹਿਮਦਨਗਰ ਆਪਣੇ ਮਿਡਲ ਸਕੂਲ 'ਚ। ਅੱਛਾ, ਤੇ ਕੋਈ ਹੋਰ ਅਹਿਮਦਨਗਰ ਦੀਆਂ ਯਾਦਾਂ, ਤਾਂ ਕਿ ਹੁਣ ਤੁਹਾਡੇ ਕੋਈ ਦੋਸਤ ਬੇਲੀ ਉੱਤੇ ਦੇਖਦੇ ਨੇ ਜਾਂ ਹਾਂਜੀ, ਪਾਸੇ ਮੇਰੇ ਜਰਮਨੀ 'ਚ ਯਾਰ ਨੇ? ਦੋਸਤ ਤਕਰੀਬਨ ਕਾਫੀ ਮਾਰ ਖੱਪ ਗਏ ਆ। ਹੁਣ ਥੋੜੇ ਜਿਹੇ ਰਹਿ ਗਏ ਆ, 3-4 ਹੀ। ਤੇ ਜਾਂ ਮੈਂ ਇੱਥੇ ਜਿੰਦਾ ਫਿਰਨ ਡਏ ਆ, ਤੇ ਮੇਰੇ ਨਾਲ ਦੇ ਤੇ ਕਾਫੀ ਬੰਦੇ ਮਰ ਗਏ ਆ। ਅੱਲਾਹ ਤਾਲਾ ਫਜ਼ਲ ਕਰਮ ਫਰਮਾਏ, ਤੁਹਾਨੂੰ ਲੰਬੀ ਜ਼ਿੰਦਗੀ ਦੇਵੇ। ਕੋਈ ਹੋਰ ਅੱਗੇ ਵਾਕਿਆ ਕੋਈ ਦੱਸਣਾ ਚਾਹੁੰਦੇ ਜੇ ਤਾਂ ਕਿਉਂਕਿ YouTube 9 ਬ੍ਰਦਰ ਜਿਹੜਾ TV ਹੈ ਪੂਰੀ ਦੁਨੀਆ ਦੇਖਿਆ ਜਾਂਦਾ ਹੈ, ਇਹਨਾਂ ਵਾਸਤੇ ਕੋਈ ਪੈਗਾਮ ਦੇਣਾ ਚਾਹੁੰਦੇ ਜੇ? ਤੇ 9 ਬ੍ਰਦਰ ਵਾਸਤੇ ਜੀ ਇੱਕ ਪੈਗਾਮ ਇਹ ਆ ਕਿ ਅੱਲਾਹ ਤਾਲਾ ਇਹਨਾਂ ਨੂੰ ਬਹੁਤ ਤਰੱਕੀ ਦਾ ਹੈ। ਖੁਸ਼ ਵਸੋ, ਸਾਰੀ ਜ਼ਿੰਦਗੀ ਖੁਸ਼ੀ ਜ਼ਿੰਦਗੀ ਨਾਲ ਜ਼ਿੰਦਗੀ ਗੁਜ਼ਾਰੋ, ਖੁਸ਼ ਨਾਲ ਜ਼ਿੰਦਗੀ ਗੁਜ਼ਾਰੋ, ਇੱਕ ਦੂਸਰੇ ਦਾ ਖਿਆਲ ਰੱਖੋ। ਕੋਈ ਤਕਲੀਫ ਹੈ, ਉਹਦੀ ਤਕਲੀਫ ਜ਼ਰੂਰ ਸੁਣੋ ਤੁਸੀਂ, ਔਰ ਉਹਨਾਂ ਦੀ ਮਦਦ ਕਰੋ। 9 ਬ੍ਰਦਰ ਵਾਲਿਆਂ ਨੂੰ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਕੋਈ ਬੰਦਾ ਤਕਲੀਫ ਵਿੱਚ ਤੁਹਾਨੂੰ ਨਜ਼ਰ ਆਵੇ, ਉਹ ਤੁਸੀਂ ਉਹਨਾਂ ਦੀ ਮਦਦ ਜ਼ਰੂਰ ਕਰੋ, ਔਰ ਉਹ ਤੁਹਾਨੂੰ ਦੁਆਵਾਂ ਦੇਵੇਗਾ। ਜੇ ਰਾਹ ਦੇ ਵਿੱਚ ਕੋਈ ਪੱਥਰ ਰੋੜਾ, ਕੋਈ ਕੰਡਾ ਛੰਡਾ ਪਿਆ ਆ, ਜਾਂ ਕੋਈ ਕਾਂਚ ਵਾਲੀ ਕੋਈ ਚੀਜ਼ ਪਈ ਆ, ਉਹ ਚੁੱਕ ਕੇ ਇੱਕ ਸਾਈਡ ਤੇ ਕਰੋ।
ਤੇ ਇਹ ਨਹੀਂ ਕਿ ਪਈ ਹੈ ਤਾਂ ਪਈ ਰਵੇ। ਅੱਛਾ, ਪਾਕਿਸਤਾਨ ਕਿੰਨੀ ਦੇਰ ਹੋਏ ਗਏ ਇਹਨੂੰ ਤੁਸੀਂ? ਪਾਕਿਸਤਾਨ ਮੈਨੂੰ ਜੀ ਤਕਰੀਬਨ 26 ਸਾਲ ਹੋ ਗਏ ਮੈਂ ਨਹੀਂ ਗਿਆ ਜੀ। ਅੱਛਾ, ਪਾਕਿਸਤਾਨ ਦੀ ਯਾਦ ਆਂਦੀ ਕੋਈ ਐਸੀ ਚੀਜ਼ ਕੋਈ? ਬਹੁਤ ਯਾਦ ਆਉਂਦੀ ਹੈ ਜੀ। ਆਖਿਰ ਮੇਰਾ ਆਪਣਾ ਪਿੰਡ ਹੈ, ਮੇਰਾ ਆਪਣਾ ਪਾਕਿਸਤਾਨ ਹੈ। ਤੇ ਬਾਕੀ ਅੱਲਾਹ ਤਾਲਾ ਦੁਆ ਤੁਸੀਂ ਕਰੋ ਕਿ ਅੱਲਾਹ ਤਾਲਾ ਮੇਰਾ ਕੋਈ ਸਬਬ ਲਾਏ। ਮੈਂ ਕਾਗਜ਼ ਤੇ ਜਮ੍ਹਾਂ ਕਰਾਤੇ ਆ, ਵੇਖੋ ਹੁਣ ਕੀ ਬਣਦਾ। ਤੇ ਮਹੀਨਾ ਹੋ ਗਿਆ ਕਾਗਜ਼ ਜਮ੍ਹਾਂ ਕਰਾਏ ਆ ਮੈਂ। ਤੇ ਜਾ ਕੇ ਆਪਣਾ ਟਰਾਲਾ ਚਲਾਉਣ ਦਾ ਸ਼ੌਕ ਹੈ ਜੇ ਚਲਾਓਗੇ? ਨਹੀਂ, ਟਰਾਲਾ ਤੇ ਮੈਂ ਮਰਦੇ ਦਮ ਤੱਕ ਜਿਹੜਾ ਬੰਦਾ ਡਰਾਈਵਰ ਹੋਵੇ ਉਹਨੂੰ ਤੇ ਸ਼ੌਕ ਰਹਿੰਦਾ ਹੀ ਆ ਨਾ। ਹੁਣ ਇੱਥੇ ਮੈਨੂੰ ਬੜਾ ਇਹਨਾਂ ਨੇ ਕਿਹਾ ਜੌਬ ਸੈਂਟਰ ਵਾਲਿਆਂ ਨੇ ਕਿ ਤੂੰ ਇਹ ਟਰਾਲਾ ਚਲਾਇਆ, ਮੇਰੇ ਕੋਲ ਅਜੇ ਵੀ ਲਾਇਸੈਂਸ ਆ ਕੋਰੀਆ ਦਾ, ਤੇ ਲੇਕਿਨ ਤੈਨੂੰ ਮਸਲਾ ਹੈ ਕਿ ਤੈਨੂੰ ਪੜ੍ਹਨਾ ਨਹੀਂ ਆਉਂਦਾ, ਤੈਨੂੰ ਨਕਸ਼ਾ ਨਹੀਂ ਵੇਖਣਾ ਆਉਂਦਾ, ਤੈਨੂੰ ਅਸੀਂ ਕਿੱਧਰ ਭੇਜਾਂਗੇ? ਤੈਨੂੰ ਇੱਧਰ ਭੇਜਾਂਗੇ, ਤੂੰ ਇੱਧਰ ਨੂੰ ਹੀ ਨਿਕਲ ਜਾਏਗਾ, ਅਸੀਂ ਲੱਭਦੇ ਰਹਾਂਗੇ। ਅੱਛਾ, ਨਾ ਉਰਦੂ ਤੇ ਨਾ ਪੰਜਾਬੀ, ਹਾਂ, ਕਿ ਪੰਜਾਬੀ। ਨਾ ਤੁਹਾਨੂੰ ਇੰਗਲਿਸ਼, ਨਾ ਉਰਦੂ, ਨਾ ਜਰਮਨ, ਤੇ ਗੁਜ਼ਾਰਾ ਕੁਝ ਵੀ ਨਹੀਂ। ਕਿਸ ਤਰ੍ਹਾਂ ਗੁਜ਼ਾਰਾ ਹੁਣ ਕਰਦੇ ਕਿਤੇ ਥੋੜੀ ਬਹੁਤੀ ਆਉਣ ਲੱਗੀ ਹੈ ਵੀ ਡਾਕਟਰ ਕੋਲ ਚਲੇ ਜਾਂਦੇ ਆ, ਬਸ ਅੱਲਾ ਦਾ ਇਹ ਸ਼ੁਕਰ ਹੈ ਕਿ ਡਾਕਟਰ ਕੋਲ ਚਲੇ ਜਾਈਦਾ। ਅੱਛਾ, ਤੇ ਜਦੋਂ ਟਰਾਲਾ ਹੁਣ ਦਿੱਤਾ ਤੇ ਹੁਣ ਕਿਸੇ ਟਾਂਗੇ ਚਲਾਉਣ ਵਾਲੇ ਨੂੰ ਦਿਓਗੇ ਆਪਣਾ ਟਰਾਲਾ? ਸਵਾਲ ਹੀ ਨਹੀਂ ਪੈਦਾ